मुर्दाबाद धक्केशाही नहीं चलेगी, धक्केशाही नहीं चलेगी। ਸਤਿ ਸ਼੍ਰੀ ਅਕਾਲ ਸਰ। ਸਤਿ ਸ਼੍ਰੀ ਅਕਾਲ ਜੀ। ਹਾਂ ਸਰ, ਕੀ ਕਹਿਣਾ ਚਾਹੁੰਦੇ ਹੋ ਅੱਜ ਦੇ ਇਸ ਵਿਸ਼ੇ ਤੇ ਜਿਹੜਾ ਆਪਾਂ ਧਰਨਾ ਲਗਾਇਆ ਹੈ, ਇਸ ਦੇ ਉੱਤੇ ਤੁਸੀਂ ਕੀ ਆਪਣੇ ਬਿਆਨ ਦੇਣਾ ਚਾਹੁੰਦੇ ਹੋ? ਜੋ ਮੋਦੀ ਸਰਕਾਰ ਨੇ ਕੇਂਦਰ ਦੇ ਵਿੱਚ 3 ਆਰਡੀਨੈਂਸ ਖੇਤੀ ਦੇ ਖਿਲਾਫ ਪਾਸ ਕੀਤੇ ਹੈ, ਅੱਜ ਉਹਨੂੰ ਲੈ ਕੇ ਪੂਰੇ ਪੰਜਾਬ ਦੇ ਵਿੱਚ ਸੜਕਾਂ ਰੋਕ ਕੇ, ਨੈਸ਼ਨਲ ਹਾਈਵੇ ਰੋਕ ਕੇ ਰੋਸ ਧਰਨੇ ਦਿੱਤੇ ਜਾ ਰਹੇ ਹਨ। ਔਰ ਇਹ ਧਰਨੇ ਉਦੋਂ ਤੱਕ ਜਾਰੀ ਰਹਿਣਗੇ ਜਦੋਂ ਤੱਕ ਇਹ ਆਰਡੀਨੈਂਸ ਜਿਹੜੇ ਵਾਪਸ ਨਹੀਂ ਲਏ ਜਾਂਦੇ। ਮੋਦੀ ਜੀ ਪ੍ਰਧਾਨ ਮੰਤਰੀ ਜੀ ਬਾਰ-ਬਾਰ ਇਹ ਕਹਿ ਰਹੇ ਹੈ ਕਿ ਅਸੀਂ MSP ਵਾਪਸ ਨਹੀਂ ਲਈ। ਜੀ ਅਸੀਂ ਉਹਨਾਂ ਨੂੰ ਕਹਿੰਦੇ ਆ ਕਿ ਜੇ MSP ਤੁਸੀਂ ਵਾਪਸ ਨਹੀਂ ਲਈ, ਜਿੱਥੇ ਇਹ 3 ਬਿੱਲ ਪਾਸ ਕੀਤੇ ਆ, ਇੱਕ MSP ਦਾ ਵੀ ਬਿੱਲ ਪਾਸ ਕਰ ਦਿਓ ਜੀ ਜਾਂ ਫਿਰ ਇਹ ਤਿੰਨੇ ਬਿੱਲ ਇਹਨਾਂ ਨੂੰ ਵਾਪਸ ਕੀਤੇ ਜਾਣ। ਅਸੀਂ ਖਰੜ ਦੀਆਂ ਸੜਕਾਂ ਤੱਕ ਸੀਮਤ ਨਹੀਂ ਰਵਾਂਗੇ। ਜੇਕਰ ਇਹ ਆਰਡੀਨੈਂਸ ਵਾਪਸ ਨਹੀਂ ਹੁੰਦੇ ਤਾਂ ਜਿੱਥੇ ਆ ਅਸੀਂ ਰੇਲਾਂ ਵੀ ਰੋਕਾਂਗੇ, ਟ੍ਰੈਫਿਕਾਂ ਵੀ ਰੋਕਾਂਗੇ ਤੇ ਦਿੱਲੀ ਲਈ ਮਾਰਚ ਵੀ ਕਰਕੇ ਅਸੀਂ ਸਦਨ ਦਾ ਵੀ ਘਿਰਾਓ ਕਰਾਂਗੇ ਔਰ ਮੋਦੀ ਦੇ ਘਰ ਦਾ ਵੀ ਘਿਰਾਓ ਕਰਾਂਗੇ। ਇਹ ਜਿਹੜਾ ਰੋਸ ਧਰਨਾ ਇੱਥੇ ਵਾਪਸ ਨਹੀਂ ਹੋਣਾ। ਇਹ ਜਦੋਂ ਤੱਕ ਆਰਡੀਨੈਂਸ ਵਾਪਸ ਨਹੀਂ ਹੁੰਦੇ ਉਦੋਂ ਤੱਕ ਇਹ ਭਾਵੇਂ ਇਹਨੂੰ 2 ਸਾਲ ਲੱਗਣ, 5 ਸਾਲ ਲੱਗਣ ਜਾਂ 10 ਸਾਲ ਲੱਗਣ, ਉਦੋਂ ਤੱਕ ਇਹ ਜਿਹੜਾ ਘੋਲ ਹੈ ਕਿਸਾਨਾਂ ਦਾ ਇਹ ਜਾਰੀ ਰਹੂਗਾ। ਇਹਦੇ ਲਈ ਜੇ ਸਾਨੂੰ ਕੋਈ ਕੁਰਬਾਨੀਆਂ ਵੀ ਦੇਣੀਆਂ ਪਈਆਂ ਜਾਂ ਫਿਰ ਸਾਨੂੰ ਜੇਲ੍ਹਾਂ ਭਰਨੀਆਂ ਪਈਆਂ, ਹਮੇਸ਼ਾ ਅਸੀਂ ਤਿਆਰ ਹਾਂ। ਸਿੱਧੇ ਤੌਰ ਤੇ ਕਿਹਾ ਜਾਵੇ ਕਿ ਸਰਹੱਦ ਤੱਕ ਹੁਣ ਕਿਸਾਨ ਜਾ ਸਕਦੇ ਨੇ ਬੀਜੇਪੀ ਸਰਕਾਰ ਦੇ ਖਿਲਾਫ ਜੋ ਇਹ ਬਿੱਲ ਪਾਸ ਹੋਏ ਨੇ ਉਹਨਾਂ ਨੂੰ ਲੈ ਕੇ? ਦੇਖੋ, ਕਿਸਾਨਾਂ ਨੇ ਪੰਜਾਬ ਦੇ ਵਿੱਚ ਤਹੀਆ ਕਰ ਲਿਆ ਜੀ ਕਿ ਮੈਂ ਪਹਿਲਾਂ ਵੀ ਦੱਸ ਕੇ ਹਟਿਆ ਕਿ ਇਹਦੇ ਲਈ ਜੇ ਕੁਰਬਾਨੀਆਂ ਵੀ ਦੇਣੀਆਂ ਪਈਆਂ, ਫਾਂਸੀ ਵੀ ਚੜ੍ਹਨਾ ਪਿਆ, ਇਹ ਲੜਾਈ ਹੈ ਜਿਹੜੀ ਆਜ਼ਾਦੀ ਦੀ ਲੜਾਈ ਤਰ੍ਹਾਂ ਅੱਜ ਕਿਸਾਨੀ ਗੁਲਾਮ ਹੋਣ ਜਾ ਰਹੀ ਹੈ ਕਾਰਪੋਰੇਟ ਘਰਾਣਿਆਂ ਦੀ। ਪਰ ਅਸੀਂ ਇਹਦੀ ਆਜ਼ਾਦੀ ਲੈ ਕੇ ਹੀ ਹਟਾਂਗੇ। ਸਰ, ਜਿਵੇਂ ਹੁਣ ਸਮਾਂ ਚੱਲ ਰਿਹਾ ਹੈ, ਇਸ ਤੋਂ ਪਹਿਲਾਂ ਵੀ ਜਦੋਂ ਦੀ ਬੀਜੇਪੀ ਸਰਕਾਰ ਆਈ ਹੈ ਕਾਫੀ ਦੰਗੇ ਹੋ ਚੁੱਕੇ ਨੇ। ਕਿਤੇ ਇਹਦਾ ਨਹੀਂ ਕਿਉਂਕਿ ਬੀਜੇਪੀ ਸਰਕਾਰ ਨੂੰ ਪਤਾ ਸੀ ਕਿ ਜਿਹੜੇ ਕਿਸਾਨ ਨੇ ਜੇ ਉਹਨਾਂ ਲਈ ਇਹ ਬਿੱਲ ਆਉਣਗੇ ਤਾਂ ਜੋ ਹੈਗਾ ਕਿ ਕਿਸਾਨ ਭੜਕਣਗੇ। ਕਿਤੇ ਇਹਦਾ ਨਹੀਂ ਕਿ ਸਰਕਾਰ ਉਹੀ 84 ਵਾਲਾ ਸਮਾਂ ਦੁਬਾਰਾ ਤੋਂ ਲਿਆਉਣਾ ਚਾਹੁੰਦੀ ਹੈ? ਦੇਖੋ, ਜਦੋਂ ਦੀ ਮੋਦੀ ਸਰਕਾਰ ਆਈ ਹੈ, ਭਾਵੇਂ ਪਿਛਲੀਆਂ 5 ਸਾਲ ਦੀ ਗੱਲ ਹੈ ਜਾਂ ਇਸ ਟਰਮ ਦੀ ਗੱਲ ਹੈ, ਮੋਦੀ ਸਰਕਾਰ ਦੇਸ਼ ਨੂੰ ਵੰਡਣ ਔਰ ਵੇਚਣ ਤੇ ਲੱਗੀ ਹੋਈ ਹੈ। ਜਿਵੇਂ ਰੇਲਵੇ ਇਹਨਾਂ ਨੇ ਵੇਚਤੀ ਹੈ, ਏਅਰਪੋਰਟ ਕਾਫੀ ਵੇਚਦੇ ਹੈ, LIC ਨੂੰ ਵੇਚਣ ਜਾ ਰਹੀ ਹੈ। ਇਸੇ ਤਰ੍ਹਾਂ ਕਿਸਾਨਾਂ ਦੀ ਜਿਹੜੀ ਜ਼ਮੀਨ ਹੈ ਉਹਨਾਂ ਨੂੰ ਅਮੀਰ ਘਰਾਣਿਆਂ ਦੇ ਅਧੀਨ ਇਹ ਵੇਚਣ ਜਾ ਰਹੀ ਹੈ। ਇੱਕ ਤਰ੍ਹਾਂ ਦਾ ਜਿਵੇਂ ਈਸਟ ਇੰਡੀਆ ਕੰਪਨੀ ਹਿੰਦੁਸਤਾਨ ਦੇ ਵਿੱਚ ਆ ਕੇ ਉਹਨਾਂ ਨੇ 200 ਸਾਲ ਰਾਜ ਕੀਤਾ ਹੈ, ਇਸੇ ਤਰ੍ਹਾਂ ਠੀਕ ਅੱਜ ਮੋਦੀ ਪੰਜਾਬ ਨਾਲ ਇਹ ਧਰੋਹ ਕਮਾ ਰਿਹਾ। ਔਰ ਮੈਂ ਇਹ ਕਹਿਣਾ ਚਾਹੁੰਦਾ, ਜੇ ਮੋਦੀ ਜੀ ਨੇ ਇਹ ਕੰਟਰੋਲ ਨਹੀਂ ਕੀਤਾ ਤਾਂ ਬਹੁਤਾ ਸਮਾਂ ਨਹੀਂ ਲੱਗਣਾ, ਦੇਸ਼ ਟੁੱਟ ਵੀ ਸਕਦਾ। ਐਡਾ ਕਿੰਨਾ ਕੁ ਹੋ ਚੁੱਕਿਆ ਵੀ ਜਿਹੜਾ ਪੰਜਾਬ ਸਰਕਾਰ ਹੈ, ਪੰਜਾਬ ਦੇ ਜਿੰਨੇ ਵੀ ਵੱਡੇ ਲੀਡਰ ਨੇ ਉਹਨਾਂ ਦੀ ਵੀ ਮੋਦੀ ਸਰਕਾਰ ਨੇ ਨਹੀਂ ਸੁਣੀ। ਤੁਹਾਨੂੰ ਨਹੀਂ ਲੱਗਦਾ ਕਿ ਜੇਕਰ ਨਹੀਂ ਸੁਣ ਰਹੀ ਮੋਦੀ ਸਰਕਾਰ ਤਾਂ ਜਿੰਨੇ ਵੀ ਸਾਡੇ ਪੰਜਾਬ ਦੇ ਵੱਡੇ ਲੀਡਰ ਨੇ ਉਹਨਾਂ ਨੂੰ ਆਪਣੇ ਜਿਹੜੇ ਅਹੁਦੇ ਨੂੰ ਤਿਆਗ ਕੇ ਤੁਹਾਡੇ ਨਾਲ ਖੜਨਾ ਚਾਹੀਦਾ? ਦੇਖੋ, ਜਿਹੜੀ ਇਹ ਰਾਜਨੀਤਿਕ ਲੀਡਰ ਹੈ, ਭਾਵੇਂ ਉਹ ਅਕਾਲੀ ਦਲ, BJP ਜਾਂ ਕਾਂਗਰਸ ਦੇ ਹੋਣ, ਉਹ ਸਿਰਫ ਜੇ ਅੱਜ ਉਹ ਕਿਸਾਨਾਂ ਦੇ ਨਾਲ ਖੜੇ ਹੈ ਤਾਂ ਉਹ ਆਪਦੀਆਂ ਵੋਟਾਂ ਦੀ ਖਾਤਰ ਖੜੇ ਹੈ। ਉਹ ਆਪਦੇ ਝੰਡੇ ਲੈ ਕੇ ਆਉਂਦੇ ਨੇ। ਕਾਂਗਰਸ ਦਾ ਵੱਖਰਾ ਝੰਡਾ ਹੁੰਦਾ, ਅਕਾਲੀ ਦਲ ਦਾ ਵੱਖਰਾ ਹੁੰਦਾ, ਬਹੁਜਨ ਸਮਾਜ ਪਾਰਟੀ ਦਾ ਵੱਖਰਾ ਹੁੰਦਾ। ਜੇ ਉਹਨਾਂ ਨੇ ਸਾਡੇ ਰੋਸ ਧਰਨਿਆਂ ਦੇ ਵਿੱਚ ਦਿਲੋਂ ਮਦਦ ਕਰਨੀ ਹੈ ਤਾਂ ਅਸੀਂ ਕਹਿੰਦੇ ਆ ਸਿਰਫ ਕਿਸਾਨਾਂ ਦਾ ਝੰਡਾ ਉਠਾ ਕੇ ਆਉਣ, ਤਾਂ ਜੋ ਪਤਾ ਲੱਗੇ ਕਿ ਇਹ ਕਿਸਾਨਾਂ ਦੇ ਨਾਲ ਖੜੇ ਆ, ਨਾ ਕਿ ਆਪਣੀਆਂ ਵੋਟਾਂ ਪ੍ਰਾਪਤ ਕਰਨ ਵਾਸਤੇ, ਕਿਸਾਨਾਂ ਦੀਆਂ ਵੋਟਾਂ ਪ੍ਰਾਪਤ ਕਰਨ ਵਾਸਤੇ ਅੱਜ ਇਹ ਰੋਸ ਧਰਨੇ ਵਿੱਚ ਸ਼ਾਮਿਲ। ਤੁਹਾਨੂੰ ਨਹੀਂ ਲੱਗਦਾ ਕਿ ਜੇਕਰ ਵਾਕਈ ਪੰਜਾਬ ਸਰਕਾਰ ਸਾਡੇ ਨਾਲ ਹੁੰਦੀ ਤਾਂ ਅੱਜ ਜਿੰਨੇ ਵੀ ਸਾਡੇ ਧਰਨੇ ਲੱਗ ਰਹੇ ਹੋਰ ਵੀ ਜ਼ਿਆਦਾ ਮਜ਼ਬੂਤ ਹੁੰਦੇ, ਸਾਡੇ ਜਿਹੜੇ ਕਿਸਾਨ ਨੇ ਉਹਨਾਂ ਦੇ ਹੌਸਲੇ ਹੋਰ ਵੀ ਜ਼ਿਆਦਾ ਬੁਲੰਦ ਹੁੰਦੇ? ਦੇਖੋ, ਜਿਹੜਾ ਸਿਆਸੀ ਬੰਦਾ ਹੁੰਦਾ ਹੈ ਉਹਨੇ ਹਮੇਸ਼ਾ ਆਪਣੀ ਵੋਟਾਂ ਦੀ ਰਾਜਨੀਤੀ ਕਰਨੀ ਹੈ। ਜੇਕਰ ਪੰਜਾਬ ਸਰਕਾਰ ਅੱਜ ਸਾਡੇ ਨਾਲ ਹੁੰਦੀ ਤਾਂ ਉਹ ਵਿਧਾਨ ਸਭਾ ਦੇ ਵਿੱਚ ਮਤਾ ਪਾਸ ਕਰਕੇ ਇਹ ਆਰਡੀਨੈਂਸਾਂ ਨੂੰ ਰੱਦ ਕੀਤਾ ਜਾ ਸਕਦਾ ਸੀ ਪੰਜਾਬ ਦੇ ਵਿੱਚ। ਪਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜੀ ਦਾ ਕਹਿਣਾ ਹੈ ਕਿ ਤੁਸੀਂ ਮੇਰੇ ਨਾਲ ਦਿੱਲੀ ਚਲੋ, ਮੈਂ ਤੁਹਾਡੀ ਦਿੱਲੀ ਮੀਟਿੰਗ ਕਰਾਉਣਾ। ਪਰ ਉਹ ਪੰਜਾਬ ਦੇ ਮੁੱਖ ਮੰਤਰੀ ਨੇ
ਦਿੱਲੀ ਜਾਣ ਵਾਲੀ ਗੱਲ ਬਾਅਦ ਚ ਕਰਨ ਤੇ ਪਹਿਲਾਂ ਆਪਣੇ ਵਿਧਾਨ ਸਭਾ ਦੇ ਵਿੱਚ ਮਤਾ ਪਾਸ ਕਰਕੇ ਇਹਨਾਂ ਆਰਡੀਨੈਂਸਾਂ ਨੂੰ ਪੰਜਾਬ ਦੇ ਵਿੱਚ ਲਾਗੂ ਹੋਣ ਤੋਂ ਰੱਦ ਕਰ। ਠੀਕ ਹੈ। ਤੇ ਸਰ ਹੁਣ ਤੁਸੀਂ ਜਾਂਦੇ ਹੋ, ਦਰਸ਼ਕਾਂ ਨੂੰ ਆਪਣੇ ਵੱਲੋਂ ਕੀ ਖਾਸ ਮੈਸੇਜ ਦੇਣਾ ਚਾਹੁੰਦੇ ਹੋ? ਮੈਂ ਦਰਸ਼ਕਾਂ ਨੂੰ ਇਹੀ ਕਹਿਣਾ ਚਾਹੁੰਦਾ ਕਿ ਜੇ ਕਿਸਾਨੀ ਜਾਂਦੀ ਹੈ ਤਾਂ ਇਹ ਸਮਝੋ ਕਿ ਜਿੱਥੇ ਹਿੰਦੁਸਤਾਨ ਬਰਬਾਦ ਹੋ ਜਾਊਗਾ ਉੱਥੇ ਪੰਜਾਬ ਵੀ ਬਰਬਾਦ ਹੋ ਜਾਊਗਾ। ਅੱਜ ਮੈਂ ਜਿੱਥੇ ਦਰਸ਼ਕਾਂ ਨੂੰ ਇਹ ਗੱਲ ਕਹਿਣੀ ਚਾਹੁੰਦਾ ਉਸ ਤੋਂ ਪਹਿਲਾਂ ਮੈਂ ਨੌਜਵਾਨ ਪੀੜ੍ਹੀ ਨੂੰ ਇਹ ਕਹਿਣਾ ਚਾਹੁੰਦਾ ਕਿ ਜੇ ਤੁਸੀਂ ਉੱਠ ਕੇ ਕਿਸਾਨਾਂ ਦੇ ਨਾਲ ਲੱਗਦੇ ਹੋ ਤਾਂ ਕਿਸਾਨੀ ਬਚਾਈ ਜਾ ਸਕਦੀ ਹੈ। ਮੈਂ ਅੱਜ ਪੰਜਾਬ ਦੀਆਂ ਬੀਬੀਆਂ ਨੂੰ, ਸਤਿਕਾਰਯੋਗ ਔਰਤਾਂ ਨੂੰ ਵੀ ਇਹ ਕਹਿਣਾ ਚਾਹੁੰਦਾ ਕਿ ਕੋਈ ਵੀ ਸੰਘਰਸ਼ ਹੈ ਜਿਹੜਾ ਉਹ ਨੌਜਵਾਨ ਔਰ ਬੀਬੀਆਂ ਤੋਂ ਬਿਨਾਂ ਸਿਰੇ ਨਹੀਂ ਚੜ੍ਹਦਾ। ਇਹਨਾਂ ਨੂੰ ਵੀ ਇਸ ਘੋਲ ਦੇ ਵਿੱਚ ਕੁੱਟਣਾ ਚਾਹੀਦਾ। ਬਿਆਨ ਕਰਨ ਦੀ ਕੋਸ਼ਿਸ਼ ਕਰਨਾ ਤੇ ਥੋੜਾ ਜਿਹਾ ਤੁਸੀਂ ਹੁਣ ਵੀਰੋ ਚੁੱਪ ਦਾ ਦਾਨ ਰੱਖਿਓ। ਖਾਸ ਕਰਕੇ ਮੇਰੇ ਨੌਜਵਾਨ ਵੀਰੋ, ਮੇਰਾ ਸਿਰਫ 2 ਮਿੰਟ ਮੈਂ ਹੋਰ ਕਹਾਂਗੇ ਨੇ। ਜ਼ਿਆਦਾ ਕਲਾਸ ਕੁਝ ਗੀਤਕਾਰਾਂ ਨੇ ਜੱਟਾਂ ਨੂੰ ਝਮਲਾਇਆ, ਦਾਰੂ ਦੇ ਨਾਲ ਜੋੜ ਕੇ ਸਮਾਜਕ ਵਖਰੇਵਾਂ ਪਾਇਆ। ਘਰ ਸਿਫਤ ਹਥਿਆਰਾਂ ਦੀ ਜੱਟ ਖੁਦ ਖਰੀਦਣ ਲਾਲਚ ਦੇ ਕੀ ਤੋਂ ਫੁਕਰ ਬਣੇ ਵਿੱਚ ਚੱਲ ਗਿਆ। ਸਾਰੀ ਉਮਰ ਸਾਲ ਨਹੀਂ ਆਇਆ। ਲੋਕਾਂ ਦਾ ਢਿੱਡ ਭਰਨ ਲਈ, ਪਬਲਿਕ ਦਾ ਢਿੱਡ ਭਰਨ ਲਈ ਮਿੱਟੀ ਨਾਲ ਮਿੱਟੀ ਹੁੰਦੇ ਆ, ਪਰ ਸਮੇਂ ਦੀਆਂ ਸਰਕਾਰਾਂ ਨੇ ਕਦੇ ਪੂਰਾ ਮੁੱਲ ਨਹੀਂ ਪਾਇਆ। ਸਾਨੂੰ ਘਰਿਆਂ ਦੇ ਵਿੱਚ ਵੰਡ ਦਿੱਤਾ। ਕੁਝ ਬਿਹਤਰ ਠੱਗ ਨੇਤਾਵਾਂ ਨੇ ਇੱਕੋ ਮੰਜ਼ਿਲ ਵੱਲ ਵਧਦਿਆਂ ਨੂੰ ਸਾਨੂੰ ਵੱਖ-ਵੱਖ ਰਾਹ ਦੇ ਪਾਇਆ। ਵੋਟਾਂ ਦੀਆਂ ਚੱਕਰਾਂ ਨੇ ਸਾਨੂੰ ਪੁੱਠੇ ਗੇੜ 'ਚ ਪਾ ਦਿੱਤਾ। ਇੱਕੋ ਘਰ ਵਿੱਚ ਜੰਮੇ ਬੜੇ ਭਾਈ ਨਾਲ ਭਾਈ ਲੜਾਇਆ। ਦੋਸਤ ਨੂੰ ਕੀ ਦਈਏ, ਅਸੀਂ ਆਪਸ ਵਿੱਚ ਵੱਖ ਹੁੰਦੇ ਰਹੇ। ਮੁਕਤ ਵਿੱਚ ਚੌਧਰ ਹੈਂਕਰ ਨੇ ਸਾਨੂੰ ਆਪਣਿਆਂ ਤੋਂ ਵੱਖ ਕਰਾਇਆ। ਕਿਸਾਨਾਂ ਦੇ ਏਕੇ ਨੇ ਵੀਰੋ ਵੱਖਰਾ ਹੀ ਰੰਗ ਚਾੜ ਦਿੱਤਾ। ਹਰ ਇੱਕ ਛੋਟੇ ਵੱਡੇ ਲੀਡਰ ਨੂੰ ਮੁੜ ਕੇ ਸੋਚੀ ਪਾਇਆ। ਕਿਉਂ ਖੱਜਰਾਂ ਦੇ ਦਾਇਆਂ ਦੇ ਇਕੱਠੇ ਹੋ ਲੋ ਸਾਰਿਆਂ ਵਰਗਾਂ ਦੇ ਨੌਜਵਾਨੋਂ, ਕਿਉਂ ਪਖੰਡੀਆਂ ਦੇ ਦਾਇਆਂ ਦੇ ਵਿੱਚ ਤੁਸੀਂ ਆਪਣਾ ਵਕਤ ਗਵਾਇਆ। ਸਾਦਾ ਖਾਓ, ਸਿਹਤ ਬਚਾਓ, ਆਪ ਬਚੋ, ਪਰਿਵਾਰ ਬਚਾਓ, ਵੋਟਾਂ ਸੋਚ ਸਮਝ ਕੇ ਪਾਓ, ਪੰਜਾਬ ਨੂੰ ਮੁੜ ਖੁਸ਼ਹਾਲ ਬਣਾਓ। ਵੋਟਾਂ ਸੋਚ ਸਮਝ ਕੇ ਪਾਓ, ਪੰਜਾਬ ਨੂੰ ਮੁੜ ਖੁਸ਼ਹਾਲ ਬਣਾਓ। ਧੰਨਵਾਦ। ਭਾਰਤੀ ਕਿਸਾਨ ਯੂਨੀਅਨ ਸਰ ਕਿੰਨੇ ਸਮੇਂ ਤੋਂ ਧਰਨਾ ਲਗਾਇਆ ਜਾ ਰਿਹਾ ਇੱਥੇ 10 ਵਜੇ ਤੋਂ ਲੈ ਕੇ 4 ਵਜੇ ਤੱਕ ਹੈ ਜੀ। ਤੇ ਹਾਂ, ਇੱਕ ਦਿਨ ਦਾ ਧਰਨਾ ਅੱਜ ਇੱਕ ਦਿਨ ਦਾ ਧਰਨਾ ਹੈ। ਜੇ ਸਰਕਾਰ ਤੁਹਾਡੀ ਨਹੀਂ ਸੁਣਦੀ ਤਾਂ ਕਿੰਨੇ ਸਮੇਂ ਤੱਕ ਧਰਨਾ ਲਗਾਇਆ ਜਾ ਸਕਦਾ ਹੈ? ਇਸ ਤੋਂ ਬਾਅਦ ਅਸੀਂ ਸੋਚ ਰਹੇ ਹਾਂ ਕਿ ਪੰਜਾਬ ਵਾਸੀਆਂ ਨੂੰ ਤੰਗ ਕਰਨ ਦੀ ਬਜਾਏ ਰੇਲਾਂ ਰੋਕਾਂਗੇ ਪਰਮਾਨੈਂਟ 1 ਅਕਤੂਬਰ ਤੋਂ। ਤੇ ਵੈਸੇ ਤਾਂ ਅੱਜ ਦੇ 2 ਇਕੱਠ ਨੇ, ਜਿਸ ਤਰ੍ਹਾਂ ਲੋਕਾਂ ਨੇ ਰਾਜਨੀਤਿਕ ਪਾਰਟੀਆਂ ਤੋਂ ਪਰੇ ਹੋ ਕੇ ਕਿਸਾਨਾਂ ਨੂੰ ਸਾਥ ਦਿੱਤਾ ਤੇ ਸਾਡੇ ਨਾਲ ਹਮਦਰਦੀ ਕਰੀ ਹੈ, ਇਹ ਆਮ ਨਾਗਰਿਕ ਨਹੀਂ। ਅੱਜ ਦੇ IAS ਮਨਮੋਹਨ ਸਿੰਘ ਵਰਗੇ, ਹਰਕੇਸ਼ ਸਿੰਘ ਵਰਗੇ, ਹਰਬੰਸ ਸਿੰਘ ਜੀ ਵਰਗੇ ਜਿਹੜੇ ਸਾਰੀ ਉਮਰ ਕਾਨੂੰਨਾਂ ਦੀ ਪੜਚੋਲ ਕਰਦੇ ਰਹੇ, ਪਾਲਣ ਕਰਾਉਂਦੇ ਰਹੇ, ਉਹ ਵੀ ਸਾਡੇ ਵਿਚਾਰਾਂ ਨਾਲ ਸਹਿਮਤ ਹੋ ਕੇ ਸਾਡੇ ਨਾਲ ਸਾਨੂੰ ਸਹਿਯੋਗ ਦੇ ਰਹੇ ਨੇ। ਵੱਖ-ਵੱਖ ਜਥੇਬੰਦੀਆਂ ਸਹਿਯੋਗ ਦੇ ਰਹੀਆਂ ਨੇ। ਅਗਰ ਇੰਨੇ ਕੁਛ ਤੋਂ ਬਾਅਦ ਵੀ ਮੋਦੀ ਸਰਕਾਰ ਮੁੜ ਕੇ ਸੋਧੀ ਸਰਕਾਰ ਨਾ ਬਣੇ ਤਾਂ ਮੈਂ ਸਮਝਦਾ ਫਿਰ ਉਹ ਮੂਰਖਾਂ ਦਾ ਟੋਲਾ ਹੀ ਹੋ ਸਕਦਾ, ਕਿਉਂਕਿ ਅੱਜ ਕੰਧ ਤੇ ਲਿਖਿਆ ਹੋਇਆ ਪੜ੍ਹ ਦੇਣਾ ਚਾਹੀਦਾ। ਔਰ ਜੋ ਇਹ ਕਾਨੂੰਨ ਬਣਾਏ ਨੇ ਉਹ ਕਦੇ ਵੀ ਪਹਿਲਾਂ ਸਾਨੂੰ ਮੈਨੀਫੈਸਟੋ ਦੇ ਵਿੱਚ ਜਾਂ ਬੋਲ ਕੇ ਸੁਣਾਏ ਨਹੀਂ ਗਏ। ਜਿਹੜੀਆਂ ਵੋਟਾਂ ਲਈਆਂ ਗਈਆਂ ਸੀ ਉਹ ਸਵਾਮੀਨਾਥਨ ਰਿਪੋਰਟ ਲਾਗੂ ਕਰਨ ਤੇ ਕਰਜ਼ਾ ਮਾਫ ਕਰਕੇ ਲਈਆਂ ਗਈਆਂ ਸੀ, ਨਾ ਕਿ ਨੋਟਬੰਦੀ ਕਰਨ ਜਾਂ ਇਹੋ ਜਿਹੇ ਖੇਤੀ ਸੋਧ ਕਾਨੂੰਨਾਂ ਵਾਸਤੇ ਲਈਆਂ ਗਈਆਂ ਸੀ। ਸਰ ਜਿਵੇਂ ਤੁਸੀਂ ਕਹਿ ਰਹੇ ਹੋ ਕਿ ਬਾਕੀ ਸਿਆਸੀ ਪਾਰਟੀਆਂ ਵੀ ਤੁਹਾਡੇ ਨਾਲ ਇਸ ਸਮੇਂ ਤੁਹਾਡੀ ਗੱਲ ਸੁਣ ਰਹੀਆਂ ਨੇ, ਕਿਆ ਤੁਹਾਨੂੰ ਵਾਕਈ ਲੱਗਦਾ ਕਿ ਇਸ ਸਮੇਂ ਪੰਜਾਬ ਸਰਕਾਰ ਜਾਂ ਬਾਕੀ ਸਿਆਸੀ ਪਾਰਟੀਆਂ ਨੇ ਜੋ ਮਿਲ ਕੇ ਸੁਣ ਰਹੀਆਂ ਨੇ ਗੱਲ? BJP ਨੂੰ ਛੱਡ ਕੇ ਬਾਕੀ ਪਾਰਟੀਆਂ ਹੌਲੀ-ਹੌਲੀ ਸਾਡੇ ਵਿਚਾਰਾਂ ਨਾਲ ਸਹਿਮਤ ਹੋ ਰਹੀਆਂ ਨੇ।
ਜਦੋਂ ਅਸੀਂ ਪੜਤੋਲ ਕੀਤੀ ਤੇ ਉਹਨਾਂ ਦੇ ਸਾਹਮਣੇ ਆਪਣੇ ਤੱਥ ਰੱਖੇ ਤਾਂ ਉਹਨਾਂ ਤੱਥਾਂ ਕਰਕੇ ਬਾਕੀ ਪਾਰਟੀਆਂ ਨੇ ਆਪਣੇ ਸਟੈਂਡ ਦੇ ਵਿੱਚ ਬਦਲਾਅ ਲੈ ਲਿਆ। ਇਸੇ ਕਰਕੇ ਜਦੋਂ ਰਾਜ ਸਭਾ ਦੇ ਵਿੱਚ ਬਿੱਲ ਪੇਸ਼ ਹੋਏ ਤਾਂ ਇਹਨਾਂ ਨੇ ਟਾਈਮ ਖਤਮ ਹੋਣ ਤੋਂ ਬਾਅਦ ਵੀ ਰਾਜ ਸਭਾ ਦਾ ਧੱਕੇ ਦੇ ਨਾਲ ਇਹ ਬਿੱਲ ਪਾਸ ਕਰੇਗੇ, ਕਿਉਂਕਿ ਇਹਨਾਂ ਨੂੰ ਪਤਾ ਸੀ ਕਿ ਜਦੋਂ ਕਿਸਾਨਾਂ ਵੱਲੋਂ ਦਰਸਾਈ ਗਈ ਤਰੁੱਟੀਆਂ ਪਬਲਿਕ ਦੇ ਸਾਹਮਣੇ ਆਈਆਂ, ਐਮਪੀ ਦੇ ਸਾਹਮਣੇ ਆਈਆਂ, ਤਾਂ ਜਿਹੜੇ ਐਮਪੀ ਅਸੀਂ ਆਪਣੇ ਨਾਲ ਗੁੰਮਰਾਹ ਕਰਕੇ ਜੋੜੇ ਹੋਏ ਨੇ ਉਹ ਕਿਤੇ ਹੱਕ ਸੱਚ ਦੇ ਨਾਲ ਨਾ ਖੜ ਜਾਣ ਤੇ ਬਿੱਲ ਰਾਜ ਸਭਾ ਦੇ ਵਿੱਚ ਡਿੱਗ ਨਾ ਜਾਵੇ। ਸਰ ਜਿਵੇਂ ਸਰ ਗੱਲ ਕਰ ਰਹੇ ਨੇ ਕਿ ਰੇਲ ਗੱਡੀਆਂ ਵੀ ਰੋਕੀਆਂ ਜਾਣਗੀਆਂ ਹੁਣ, ਹੈ ਨਾ, ਅੱਗੇ ਧਰਨਾ ਜੇਕਰ ਵਧਾਇਆ ਗਿਆ ਤਾਂ ਜੇਕਰ ਇੱਦਾਂ ਕੀਤਾ ਵੀ ਜਾਂਦਾ, ਤੁਹਾਨੂੰ ਲੱਗਦਾ ਕਿ ਉਸ ਤੋਂ ਬਾਅਦ ਸਾਡੀ ਸਰਕਾਰ ਸੁਣੇਗੀ? ਅਸੀਂ ਤਾਂ ਉਨਾ ਚਿਰ ਤੱਕ ਧਰਨੇ ਕਾਇਮ ਰੱਖੂਗੇ ਜਿੰਨਾ ਚਿਰ ਮੋਦੀ ਕੁਰਸੀ ਤੇ ਨਹੀਂ ਲੈ ਜਾਂਦਾ। ਕੁਰਸੀ ਤੇ ਨਹੀਂ ਲੱਗਦਾ। ਹਾਂ, ਉਨਾ ਚਿਰ ਸਾਡੇ ਧਰਨੇ ਚਾਲੂ ਰਹੂਗੇ। ਮੋਦੀ ਨੂੰ ਇੰਨਾ ਸਬਕ ਸਿਖਾ ਦੂੰਗੇ ਵੀ ਅੱਗੇ ਨੂੰ ਪੰਜਾਬ ਕਿੰਨੀ ਕੋਈ ਦੁਸ਼ਮਣਾਈ ਵਾਲੀ ਅੱਖ ਗੱਲ ਦੇਖਣ। ਜੀ, ਪੰਜਾਬ ਤਾਂ ਹਮੇਸ਼ਾ ਹੀ ਪਿਸਿਆ ਜਾਂਦਾ, ਕਿੰਨੇ ਹੀ ਦੰਗੇ ਵੀ ਹੋ ਚੁੱਕੇ ਨੇ। ਜਦੋਂ ਦੇ ਜੇਕਰ ਸਿੱਧੇ ਸ਼ਬਦਾਂ ਦੇ ਵਿੱਚ ਕਹਿ ਦਿੱਤਾ ਜਾਵੇ ਤਾਂ ਬੀਜੇਪੀ ਸਰਕਾਰ ਜਦੋਂ ਦੀ ਆਈ ਹੈ ਹਿੰਦੂ ਮੁਸਲਿਮ ਸਿੱਖ ਈਸਾਈਆਂ ਦੇ ਦੰਗੇ ਚੱਲ ਰਹੇ ਨੇ। ਤੁਹਾਨੂੰ ਲੱਗਦਾ ਕਿ ਜਿਵੇਂ ਆਪਾਂ ਧਰਨੇ ਲਗਾਈ ਬੈਠੇ ਹੁਣ ਵੀ ਇਸ ਦੀ ਆੜ ਦੇ ਵਿੱਚ ਕੁਝ ਇਹੋ ਜਿਹਾ ਹੋ ਸਕਦਾ? ਨਹੀਂ, ਇਹੋ ਜਿਹਾ ਕੁਝ ਨਹੀਂ। ਇਹ ਸਰਕਾਰਾਂ ਗਮਰਾਹ ਕਰਕੇ ਕਿਸੇ ਨੂੰ ਸ਼ਰਾਰਤੀ ਅਨਸਰ ਭੇਜ ਦੇਵੇ। ਇੱਥੇ ਪੰਜਾਬ ਵਾਸੀਆਂ ਦਾ ਕੋਈ ਵਿਤਕਰੇ ਵਾਲਾ ਕੋਈ ਸਵਾਲ ਨਹੀਂ ਅੱਜ ਦੀ ਘੜੀ। ਇਹ ਕੋਈ ਵੀ ਦੰਗਾ ਕਰਾਉਣੇ ਮਾ ਇਹਨਾਂ ਦਾ ਆਪਣਾ ਹੱਥ ਹੋ ਸਕਦਾ ਬੀਜੇਪੀ ਦਾ। ਅਸੀਂ ਜਿਹੜੇ ਸਿੱਖ ਹੈ ਸਿੱਖ ਨਹੀਂ ਕਰਨਾ ਚਾਹੁੰਦੇ। ਸਿੱਖ ਤਾਂ ਹਿੰਦੂ ਦੀ ਰਾਖੀ ਕਰਦੇ ਆ ਪਹਿਲਾਂ ਤੋਂ ਹੀ। ਇਹ ਸਾਨੂੰ ਵਿਰੋਧੀ ਮੰਨਦੇ ਆ। ਜੀ, ਵਿਰੋਧੀ ਮੰਨਿਆ ਜਾਂਦਾ ਹੈ। ਤੇ ਜੇਕਰ ਬੀਜੇਪੀ ਪਾਰਟੀਆਂ ਦੀ ਵੀ ਗੱਲ ਕੀਤੀ ਜਾਵੇ, ਬੀਜੇਪੀ ਪਾਰਟੀ ਦਾ ਕੋਈ ਇੱਕ ਮੈਂਬਰ ਇੱਥੇ ਆਇਆ ਹੋਵੇ ਤੇ ਤੁਹਾਡੇ ਹੱਕ ਦੇ ਵਿੱਚ ਖੜਾ ਹੋਵੇ? ਨਹੀਂ, ਬੀਜੇਪੀ ਦਾ ਤਾਂ ਕੋਈ ਵੀ ਮੈਂਬਰ ਨਹੀਂ ਸਾਨੂੰ ਆ ਕੇ ਨਾ ਸਮਰਥਨ ਦਿੱਤਾ। ਦੁਕਾਨਦਾਰ ਵੀਰਾਂ ਨੇ ਜ਼ਰੂਰ ਕਿਹਾ ਵੀ ਅਸੀਂ ਚਾਹੇ ਬੀਜੇਪੀ ਦੇ ਕਿਸੇ ਦੇ ਵੀ ਅਸੀਂ ਪੰਜਾਬ ਬੰਦ ਰੱਖੂਗੇ, ਦੁਕਾਨਾਂ ਬੰਦ ਰੱਖੂਗੇ, ਬਾਜ਼ਾਰ। ਉਹਨਾਂ ਨੇ ਸਹਿਯੋਗ ਬਥੇਰਾ ਦਿੱਤਾ ਜੀ। ਸਰ ਤੁਹਾਡੇ ਨਾਲ ਗੱਲ ਕਰਦੇ ਆ, ਜੇਕਰ ਇਸ ਸਮੇਂ ਸਰਕਾਰ ਸਾਡੀ ਨਹੀਂ ਸੁਣਦੀ ਤਾਂ ਕਿਸਾਨਾਂ ਵੱਲੋਂ ਕਿੱਥੋਂ ਤੱਕ ਕਦਮ ਚੁੱਕਿਆ ਜਾ ਸਕਦਾ ਹੈ? ਜੇ ਸਰਕਾਰ ਨੂੰ ਵੈਸੇ ਤਾਂ ਹੁਣ ਤੱਕ ਅਸੀਂ ਕਈ ਬਹੁਤ ਧਰਨੇ ਲਾ ਲਏ, ਰੇਲਾਂ ਵੀ ਰੁਕੀਆਂ ਵੀ, ਅੱਜ ਪੰਜਾਬ ਵੀ ਬੰਦ ਹੈ। ਅੱਜ ਪੰਜਾਬ ਦੇ ਹਾਲਾਤ ਦੇਖ ਕੇ ਜੇ ਸਰਕਾਰ ਨੂੰ ਮਾੜੀ ਮੋਟੀ ਵੀ ਸਮਝ ਹੈ ਤਾਂ ਉਹਨੂੰ ਆਪਣੀ ਸਮਝਦਾਰੀ ਤੋਂ ਕੰਮ ਲੈ ਕੇ ਕਿਸਾਨਾਂ ਦੀਆਂ ਮੰਗਾਂ ਮੰਨ ਲੈਣੀਆਂ ਚਾਹੀਦੀਆਂ। ਜੇ ਹੁਣ ਵੀ ਇਹ ਤੋਂ ਬਾਅਦ ਵੀ ਉਹਨੇ ਮੰਗਾਂ ਨਾ ਮੰਨੀਆਂ ਤਾਂ ਮੇਰਾ ਵਿਚਾਰ ਹੈ ਵੀ ਪੰਜਾਬ ਦੇ ਹਾਲਾਤ, ਦੇਸ਼ ਦੇ ਹਾਲਾਤ ਵਿਗੜ ਸਕਦੇ ਆ। ਇਹ ਵਿਗੜਨ ਦੇ ਹਾਲਾਤ ਵਿਗੜਨ ਦੀ ਜ਼ਿੰਮੇਵਾਰੀ ਮੋਦੀ ਸਰਕਾਰ ਦੀ, ਸੈਂਟਰ ਸਰਕਾਰ ਦੀ ਹੋਊਗੀ। ਮੈਂ ਆਪਣੇ ਮਾਧਿਅਮ ਰਾਹੀਂ ਮੋਦੀ ਸਰਕਾਰ ਨੂੰ ਇੱਥੇ ਨਿਆਂ ਭੇਜਣਾ ਚਾਹੁੰਦਾ ਵੀ ਪੰਜਾਬ ਜਿਹਨੇ ਸਭ ਤੋਂ ਵੱਧ ਕੁਰਬਾਨੀਆਂ ਦੇਸ਼ ਨੂੰ ਆਜ਼ਾਦ ਕਰਾਉਣ ਖਾਤਰ ਦਿੱਤੀਆਂ, ਅੱਜ ਜੇ ਉਹਦੀ ਨਾ ਸੁਣੀ ਗਈ ਤਾਂ ਕਿਸੇ ਟਾਈਮ ਵੀ ਦੇਸ਼ ਗੁਲਾਮ ਹੋ ਸਕਦਾ। ਸਰ ਤੁਸੀਂ ਕੀ ਬੋਲਣਾ ਚਾਹੁੰਦੇ? ਮੈਂ ਇਹ ਕਹਿਣਾ ਚਾਹੁੰਦਾ ਕਿ ਬੀਜੇਪੀ ਦੇ ਵੀ ਜਿਹੜੇ ਸੈਕੰਡ ਤੇ ਥਰਡ ਕਲਾਸ ਦੇ ਲੀਡਰ ਨੇ ਉਹ ਇਹ ਮਹਿਸੂਸ ਕਰਦੇ ਨੇ ਕਿ ਗਲਤ ਹੋ ਰਿਹਾ ਹੈ, ਪਰ ਲੇਕਿਨ ਇੱਕੋ ਇਸ ਕਰਕੇ ਮੁਖਾਲਫਤ ਨਹੀਂ ਕਰ ਰਹੇ ਕਿ ਜਿਸ ਅਹੁਦੇ ਤੱਕ ਮੁਕਾਮ ਤੱਕ ਉਹ ਇੰਨਾ ਚਿਰ ਸੇਵਾ ਕਰਕੇ ਪਹੁੰਚੇ ਹੈ, ਉਹਦੀ ਨਾਰਾਜ਼ਗੀ ਤੋਂ ਅੱਜ ਮੋਦੀ ਸਾਹਿਬ ਵਾਲ ਹੀ ਨਾਲ ਹੈ ਔਰ ਕਿਸੇ ਦੀ ਪਰਵਾਹ ਨਹੀਂ ਕਰਦੇ। ਉਹਨਾਂ ਨੂੰ ਅਹੁਦਿਆਂ ਤੋਂ ਹੱਥ ਨਾ ਧੋਣਾ ਪੈ ਜਾਣ। ਅਦਰਵਾਈਜ਼ ਜਦੋਂ ਅਸੀਂ ਵੈਸੇ ਆਮ ਤੌਰ ਤੇ ਗੱਲਾਂ ਕਰਦੇ ਹਾਂ ਤਾਂ ਉਹ ਸਾਡੇ ਨਾਲ ਪੂਰੇ ਤਰ੍ਹਾਂ ਸਹਿਮਤ ਨੇ ਕਿ ਇਹਨਾਂ ਦੇ ਨਾਲ ਸਾਡਾ ਜਿਹੜਾ ਵਪਾਰ ਹੈ ਉਹ ਵੀ ਖਤਮ ਹੋ ਜਾਏਗਾ ਤੇ ਹੋ ਸਕਦਾ ਕਿਸਾਨ ਵੀਰ ਅੱਗੇ ਨੂੰ ਅੰਬਾਨੀਆਂ ਦੇ ਪੈਟਰੋਲ ਪੰਪਾਂ ਤੋਂ ਤੇਲ ਲੈਣਾ, ਉਹਨਾਂ ਦੀ ਦੁਕਾਨਾਂ ਤੋਂ ਸਮਾਨ ਖਰੀਦਣਾ, ਜੀਓ ਫੰਡ ਵਗੈਰਾ ਚਲਾਤਾ ਤਾਂ ਇਸੇ ਤਰ੍ਹਾਂ ਜੇ ਦੁਕਾਨਾਂ ਦਾ ਬਹਿਸ਼ਕਾਰ ਕਰਨਾ ਸ਼ੁਰੂ ਕਰਤਾ ਤਾਂ ਸਭ ਤੋਂ ਜ਼ਿਆਦਾ ਘਾਟਾ ਵੀ ਬੀਜੇਪੀ ਦੇ ਨਾਲ ਸੰਬੰਧਿਤ ਵਪਾਰੀਆਂ ਨੂੰ ਪਵੇਗਾ। ਇਸ ਕਰਕੇ ਉਹ ਸਾਡੇ ਨਾਲ ਸਹਿਮਤ ਤਾਂ ਹੈ, ਪਰ ਲੇਕਿਨ ਡਰ ਦੇ ਮਾਰੇ ਖੁੱਲ੍ਹ ਕੇ ਸਾਹਮਣੇ ਨਹੀਂ ਆਉਂਦੇ। ਤੇ ਦੂਜਾ, ਅਸੀਂ ਆਪਣੇ ਧਰਨੇ ਨੂੰ ਨਿਰੋਲ ਕਿਸਾਨਾਂ ਦੀ ਸੋਚ ਅਤੇ ਸਮਝ ਨਾਲ ਚਲਾਉਣ ਵਾਸਤੇ ਦੂਸਰੀ ਰਾਜਨੀਤਿਕ ਪਾਰਟੀਆਂ ਨੂੰ ਕਿਹਾ ਕਿ ਅਸੀਂ ਤੁਹਾਡੇ ਨਾਲ ਕੋਈ ਵੀ ਵਿਚਾਰ ਸਾਂਝੇ ਨਹੀਂ ਕਰ ਸਕਦੇ, ਪ੍ਰੋਗਰਾਮ ਸਾਂਝਾ ਨਹੀਂ ਦੇ ਸਕਦੇ। ਅਗਰ ਤੁਸੀਂ ਸਾਡੀ ਹਮਦਰਦੀ ਕਰਨੀ ਹੈ ਤਾਂ ਇੱਕ ਆਮ ਨਾਗਰਿਕ ਦੀ ਤਰ੍ਹਾਂ ਸਾਡੇ ਪੰਡਾਲ ਦੇ ਵਿੱਚ ਆਓ, ਸਾਡੇ ਧਰਨੇ 'ਚ ਆਓ, ਉਹਦੇ ਲਈ ਅਸੀਂ ਤੁਹਾਡਾ ਧੰਨਵਾਦ ਕਰਾਂਗੇ, ਉਹਤੇ ਸਾਨੂੰ ਕੋਈ ਇਤਰਾਜ਼ ਨਹੀਂ ਹੈ। ਸਰ ਹੁਣ ਵੀ ਕਾਫੀ ਸਿਆਸੀ ਪਾਰਟੀਆਂ ਦੀ ਗੱਲ ਕੀਤੀ ਜਾਵੇ ਤਾਂ ਆਪਣੇ ਜਿਹੜੀ ਪਾਰਟੀਆਂ ਦੇ ਹਜੇ ਵੀ ਝੰਡੇ ਲੈ ਕੇ ਪਹੁੰਚਿਆ ਜਾ ਰਿਹਾ ਹੈ। ਤੁਹਾਨੂੰ ਨਹੀਂ ਲੱਗਦਾ ਕਿ ਇਸ ਸਮੇਂ ਜੋ ਹੈਗਾ ਸਭ ਨੂੰ ਇੱਕੋ ਜੋ ਸਾਡੇ ਕਿਸਾਨਾਂ ਦਾ ਜਿਹੜਾ ਮੋਰਚਾ ਹੈ ਉਸ ਨੂੰ ਲੈ ਕੇ ਅੱਗੇ ਆਉਣਾ ਚਾਹੀਦਾ? ਉਹ ਇੱਕ ਅੱਧੀ ਪਾਰਟੀ ਅਗਰ ਇਹ ਗਲਤੀ ਕਰ ਵੀ ਬੈਠੀ ਹੈ ਤਾਂ ਅਸੀਂ ਪਬਲਿਕ ਤੌਰ ਤੇ ਕਿਸੇ ਨੂੰ ਇਹ ਮਨਾ ਨਹੀਂ ਕੀਤਾ ਵੀ ਕੋਈ ਰਾਜਨੀਤਿਕ ਪਾਰਟੀ ਆ ਨਾ ਸਕਦੀ ਹੈ। ਸਿਰਫ ਉਹ ਸਾਨੂੰ ਲੀਡਰਸ਼ਿਪ ਨੂੰ ਉਹਨਾਂ ਨੇ ਕਿਹਾ ਸੀ ਵੀ ਕਿਸੇ ਪਾਰਟੀ ਦੇ ਨਾਲ ਸਟੇਜ ਸਾਂਝੀ ਨਾ ਕਰਿਓ, ਉਹਨਾਂ ਦੇ ਪ੍ਰੋਗਰਾਮ ਨੂੰ ਇਹਦੇ ਵਿੱਚ ਮਿਕਸ ਨਾ ਹੋਣ ਦਿਓ, ਆਪਣਾ ਪ੍ਰੋਗਰਾਮ ਨਿਰੋਲ ਰੱਖਿਓ। ਕਿਤੇ ਇੱਕ ਅੱਧਾ ਅਗਰ ਕੋਈ ਬੰਦਾ ਗਲਤੀ ਨਾਲ ਆ ਸਕਦਾ ਵੀ ਉਹਦੀ ਕੋਈ ਬਹੁਤੀ ਵੱਡੀ ਗੱਲ ਨਹੀਂ, ਪਰ ਉਹਨਾਂ ਨੇ ਸਾਡੀ ਬੇਨਤੀ ਪ੍ਰਵਾਨ ਕਰਦੇ ਹੋਏ ਉਸੇ ਟਾਈਮ ਆਪਣੇ ਝੰਡੇ ਜਿਹੜੇ ਆ ਉਹ ਡਾਊਨ ਕਰ ਲਏ, ਹਟਾ ਲਏ ਤੇ ਕੋਈ ਉਹਨਾਂ ਨੇ ਵਿਰੋਧ ਨਹੀਂ ਕੀਤਾ। ਸਿਰਫ ਉਹ ਘਰੋਂ ਸਾਡਾ ਸਮਰਥਨ ਕਰਨ ਹੀ ਆਏ।
ਕਿਸਾਨਾਂ ਦਾ ਸੰਘਰਸ਼ ਇੰਨਾ ਮਜਬੂਰ ਕਰ ਸਕਦਾ ਬੀਜੇਪੀ ਸਰਕਾਰ ਨੂੰ ਕਿ ਬੀਜੇਪੀ ਸਰਕਾਰ ਆਪਣਾ ਸਿਰ ਝੁਕਾ ਦੇਵੇ? ਜਦੋਂ ਪਬਲਿਕ ਲੱਗਦੀ ਹੈ ਜੀ ਫਿਰ ਸਭ ਕੁਝ ਹੋ ਜਾਂਦਾ। ਮੰਡਲ ਕਮਿਸ਼ਨ ਦੇ ਵਿੱਚ ਸਾਰੇ ਹਿੰਦੁਸਤਾਨ 'ਚ ਸਾੜ ਫੂਕ ਹੋਈ। ਇਹਦਾ ਅੱਜ ਸਾਨੂੰ ਅਜੇ ਥੋੜਾ ਜਿਹਾ 1.5 ਮਹੀਨਾ ਕੰਮ ਹੈਗਾ 15 ਨਵੰਬਰ ਤੱਕ। ਉਸ ਤੋਂ ਬਾਅਦ ਅਗਰ ਮੋਦੀ ਸਰਕਾਰ ਨਹੀਂ ਮੰਨਦੀ ਤਾਂ ਸਾਰੀ ਦਿੱਲੀ ਚਾਰੇ ਪਾਸੇ ਸਟੇਟਾਂ ਤੋਂ ਆ ਕੇ ਜਾਮ ਕਰ ਦਿਆਂਗੇ। ਔਰ ਮੋਦੀ ਸਾਹਿਬ ਨੂੰ ਇਹ ਵੀ ਯਾਦ ਰੱਖਣਾ ਚਾਹੀਦਾ ਕਿ ਜਿਹੜੀ ਅਗਲੀ ਕੋਈ ਪਾਰਟੀ ਖੜੀ ਹੋਊਗੀ ਨਵੀਂ ਜਿਹਨੂੰ ਕਿਸਾਨ ਸਮਰਥਨ ਦੇਣਗੇ, ਉਹਨੂੰ ਹੁਣ ਕੋਈ ਬਹੁਤਾ ਲੰਬਾ ਚੌੜਾ ਸੰਘਰਸ਼ ਦੀ ਕਰਨ ਦੀ ਲੋੜ ਨਹੀਂ ਹੋਵੇਗੀ। ਸਿਰਫ ਇੱਕੋ ਮੈਨੀਫੈਸਟੋ ਬਹੁਤ ਹੋਏਗਾ ਕਿ ਮੋਦੀ ਸਾਹਿਬ ਨੇ ਜੋ ਕੰਮ ਕਰੇ ਅਸੀਂ ਉਹ ਸਾਰੇ ਬਦਲ ਦਿਆਂਗੇ, ਸਾਰੇ ਅਮੈਂਡ ਕਰ ਦਿਆਂਗੇ। ਸਿਰਫ ਇੱਕੋ ਲਾਈਨ ਤੇ ਜਿੱਤ ਜੂਗੀ। ਔਰ ਇਹ ਜਿਵੇਂ ਇੰਦਰਾ ਗਾਂਧੀ ਜੀ ਨੂੰ ਜਦੋਂ ਧੱਕੇਸ਼ਾਹੀ ਕਰੀ ਐਮਰਜੈਂਸੀ 'ਚ, ਉਹਨੂੰ ਬਦਲ ਕੇ ਅਸੀਂ ਛੋਟੀਆਂ-ਮੋਟੀਆਂ ਪਾਰਟੀਆਂ ਨੂੰ ਮੂਹਰੇ ਲਿਆ ਕੇ ਸਰਕਾਰ ਬਣਾਤੀ, ਉਹੀ ਹਾਲ ਇਹ ਮੋਦੀ ਦਾ ਹੋਊਗਾ। ਤੇ ਇਹ ਬੰਦੇ ਕਰਕੇ ਜਿਹੜੀ ਇਹ ਐਨਡੀਏ ਬਣੀ ਸੀ, ਇਹਦੇ ਕਰਕੇ ਹੀ ਇਹ ਐਨਡੀਏ ਖਤਮ ਹੋ ਜਾਏਗੀ। ਸਰ ਜਿਵੇਂ ਤੁਸੀਂ ਕਹਿ ਰਹੇ ਹੋ ਕਿ 15 ਤਰੀਕ ਤੱਕ ਹਲੇ ਕੰਮ ਨੇ, ਉਸ ਤੋਂ ਬਾਅਦ ਫਿਰ ਸੰਘਰਸ਼ ਜਾਰੀ ਰਹੇਗਾ ਤੁਹਾਡੇ ਵੱਲੋਂ? ਹਾਂਜੀ, ਕਿਉਂਕਿ ਸਾਨੂੰ ਇੱਕ ਪਾਸੇ ਜਿੱਥੇ ਝੋਨੇ ਦੀ ਫਸਲ ਸਾਂਭਣੀ ਹੈ, ਉਸ ਤੋਂ ਅਗਲੀਆਂ ਫਸਲਾਂ ਆਲੂ ਕਣਕ ਵਗੈਰਾ ਬੀਜਣੇ ਨੇ। ਅਗਰ ਸਾਡੇ ਕੋਲ ਫਸਲ ਨਹੀਂ ਹੋਊਗੀ ਤਾਂ ਜੀਵਨ ਨਿਰਵਾਹ ਵੀ ਜ਼ਰੂਰੀ ਹੈ। ਬਾਕੀ ਸਾਡੀ ਜਿਹੜੀ 31 ਪਾਰਟੀਆਂ ਦੀ ਤਾਲਮੇਲ ਕਮੇਟੀ ਹੈ ਉਹ ਬੜੀ ਸਮਝਦਾਰ ਹੈ ਤੇ ਬਹੁਤ ਪੜਚੋਲ ਤੋਂ ਬਾਅਦ ਅਗਲੇ ਫੈਸਲੇ ਕਰਦੇ ਆ। 7 ਅਕਤੂਬਰ ਨੂੰ ਸਾਡਾ ਫੈਸਲਾ ਹੋਣਾ। ਪਰ ਫਿਰ ਵੀ ਅਗਰ ਕੋਈ ਤੁਰੰਤ ਐਮਰਜੈਂਸੀ ਸਾਨੂੰ ਕਿਸੇ ਤਰ੍ਹਾਂ ਦਾ ਕੋਈ ਧਰਨਾ ਲਾਉਣਾ ਜਾਂ ਕੋਈ ਸਟੈਪ ਪੱਟਣ ਦੀ ਲੋੜ ਮਹਿਸੂਸ ਹੋਈ ਤਾਂ ਅਸੀਂ ਆਪਣੀ ਫਸਲਾਂ ਤੋਂ ਜਾਂ ਆਪਣੇ ਜਿਹੜੇ ਕੰਮਕਾਰ ਨੇ ਉਹਨਾਂ ਨੂੰ ਵੀ ਸਮੇਟ ਕੇ ਉਹ ਧਰਨਿਆਂ ਨੂੰ ਕਾਮਯਾਬ ਕਰੂੰਗੇ, ਕਿਉਂਕਿ ਇਹ ਕਾਨੂੰਨ ਅਸੀਂ ਲਾਗੂ ਨਹੀਂ ਹੋਣ ਦੇਵਾਂਗੇ ਚਾਹੇ ਸਾਡੀ ਜਾਨ ਚਲੀ ਜਾਵੇ। ਧੰਨਵਾਦ ਸਰ। ਤੁਸੀਂ ਇੱਕ ਆਮ ਕਿਸਾਨ ਹੋ। ਕਿਸਾਨ ਦੀ ਗੱਲ ਕਰੀਏ ਤਾਂ ਕਿਸਾਨ ਦੇ ਲਈ ਇਸ ਸਮੇਂ ਸਭ ਤੋਂ ਜ਼ਿਆਦਾ ਦੁੱਖ ਦੀ ਗੱਲ ਹੈ ਕਿ ਇਹ ਬਿੱਲ ਲਾਗੂ ਹੋ ਰਹੇ ਨੇ। ਤੁਸੀਂ ਕੀ ਕਹਿਣਾ ਚਾਹੁੰਦੇ ਹੋ ਇਸ ਗੱਲ ਨੂੰ ਲੈ ਕੇ? ਇਹ ਰੱਦ ਹੋਣੇ ਚਾਹੀਦੇ ਜੀ, ਹਰ ਹਾਲਤ 'ਚ ਰੱਦ ਹੋਣੇ ਚਾਹੀਦੇ ਆ। ਜੇ ਰੱਦ ਨਹੀਂ ਹੁੰਦੇ ਫਿਰ? ਰੱਦ ਹੋਊ ਤਾਂ ਸੰਘਰਸ਼ ਚੱਲਦਾ ਰਹੂਗਾ ਜੀ ਇਹ। ਸਰ ਰਾਸ਼ਟਰਪਤੀ ਦੇ ਸਾਈਨ ਰਹਿ ਗਏ, ਜੇ ਰਾਸ਼ਟਰਪਤੀ ਦੇ ਸਾਈਨ ਹੋ ਗਏ ਫਿਰ ਇਸ ਬਿੱਲ ਨੂੰ ਮਤਲਬ ਕਿ ਬਿਲਕੁਲ ਵੀ ਉਹ ਨਹੀਂ ਕੀਤਾ ਜਾ ਸਕਦਾ, ਮਨਾ ਨਹੀਂ ਕੀਤਾ ਜਾ ਸਕਦਾ। ਚਲੋ ਜੇ ਕਾਨੂੰਨ ਬਣ ਵੀ ਗਏ ਤਾਂ ਕਾਨੂੰਨ ਖਤਮ ਵੀ ਹੋ ਸਕਦੇ ਆ। ਇਹ ਕੋਈ ਵੱਡੀ ਗੱਲ ਨਹੀਂ ਹੈਗੀ। ਸਰ ਕਾਨੂੰਨ ਬਦਲਿਆ ਜਾ ਸਕਦਾ, ਇਸ ਦੇ ਵਿੱਚ ਬਦਲਾਅ ਆ ਸਕਦੇ ਨੇ, ਪਰ ਇਸ ਨੂੰ ਰੱਦ ਨਹੀਂ ਕੀਤਾ ਜਾ ਸਕਦਾ ਜੇਕਰ ਰਾਸ਼ਟਰਪਤੀ ਦੇ ਸਾਈਨ ਹੋ ਜਾਂਦੇ ਨੇ। ਫਿਰ ਇਸ ਤੋਂ ਬਾਅਦ ਕਿਸਾਨ ਕਿਹੜੇ ਸੰਘਰਸ਼ ਤੱਕ ਜਾਣਗੇ? ਸੰਘਰਸ਼ ਕੋਈ ਵੀ ਹੋਵੇ ਜੀ, ਜਿੱਥੇ ਤੱਕ ਵੀ ਜਾ ਸਕਦੇ ਅਸੀਂ ਜਾਵਾਂਗੇ। ਕੋਈ ਵੀ ਸੰਘਰਸ਼ ਸਾਨੂੰ ਕਰਨਾ ਪਵੇ ਅਸੀਂ ਕਰਾਂਗੇ ਉਹ। ਸਰ ਧਰਨਾ ਸਾਡਾ ਪਰਿਵਾਰ ਵੀ ਹੈ, ਸਭ ਕੁਝ ਹੈ, ਪਰਿਵਾਰ ਵੀ ਦੇਖਣਾ ਹੈ ਨਾ। ਜੇਕਰ ਅੱਜ ਦੇ ਧਰਨੇ ਤੋਂ ਬਾਅਦ ਵੀ ਸਰਕਾਰ ਨਹੀਂ ਸੁਣਦੀ, ਕਿਆ ਧਰਨੇ ਇਹ ਜਾਰੀ ਰਹਿਣਗੇ ਜਾਂ ਫਿਰ ਅੱਜ ਦੇ ਸਮੇਂ ਲਈ ਹੀ ਧਰਨਾ ਹੈ? ਨਹੀਂ ਧਰਨੇ ਤਾਂ ਜਿੰਨਾ ਚਿਰ ਮੰਗਾਂ ਮੰਨੀਆਂ ਨਹੀਂ ਜਾਂਦੀਆਂ ਉਹਨਾਂ ਚਿਰ ਜਾਰੀ ਰਹਿਣਗੇ। ਸਰ ਤੁਸੀਂ ਇਸ ਵਿਸ਼ੇ ਤੇ ਕੀ ਕਹਿਣਾ ਚਾਹੁੰਦੇ? ਅਸੀਂ ਕਹਿੰਦੇ ਵੀ ਸਾਨੂੰ ਹੱਕ ਮਿਲਣਾ ਚਾਹੀਦਾ ਜੀ ਪੂਰਾ ਸਾਡਾ। ਹਾਂਜੀ। ਜੇ ਸਰ ਬਿੱਲ ਵਾਪਸ ਨਹੀਂ ਹੁੰਦੇ, ਬਿੱਲ ਨਹੀਂ ਵਾਪਸ ਲਿਆ ਜਾਂਦਾ, ਫਿਰ ਕਿੰਨਾ ਕੁ ਸੰਘਰਸ਼ ਕਰ ਸਕਦੇ ਨੇ ਕਿਸਾਨ? ਸਦਾ ਵਾਸਤੇ ਸੰਘਰਸ਼ ਰੱਖਾਂਗੇ ਜੀ ਅਸੀਂ ਘਰ।